ਹੈਲੋ। ਹਾਂਜੀ, ਆਪਾਂ ਇਸ ਵੀਡੀਓ ਦੇ ਵਿੱਚ ਮਈ 2021 ਦੇ ਜਿਹੜੇ ਕਰੰਟ ਅਫੇਅਰਸ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਇਹ ਜਿਹੜੇ ਕਰੰਟ ਅਫੇਅਰਸ ਹੋਣਗੇ ਇਹਦੇ ਵਿੱਚ ਆਪਾਂ ਤਿੰਨੋਂ ਹੀ ਲੈਵਲ ਕਵਰ ਅਪ ਕਰਾਂਗੇ, ਇੰਟਰਨੈਸ਼ਨਲ, ਨੈਸ਼ਨਲ ਐਂਡ ਸਟੇਟ। ਕਿਉਂਕਿ ਜਿਹੜੇ ਪੰਜਾਬ ਦੇ ਜਿਹੜੇ ਅਪਕਮਿੰਗ ਐਗਜ਼ਾਮਸ ਹੈਗੇ ਆ, PSSB ਬੋਰਡ ਦੇ ਅੰਡਰ ਐਕਸਾਈਜ਼ ਇੰਸਪੈਕਟਰ ਦੀ ਪੋਸਟ ਆਊਟ ਹੋਈ ਸੀ, ਸਕੂਲ ਲਾਇਬ੍ਰੇਰੀਅਨ ਦੀ ਪੋਸਟ ਆਊਟ ਹੋ ਚੁੱਕੀ ਹੈ, ਪਟਵਾਰੀ ਦਾ ਪੇਪਰ ਜਿਹੜਾ ਅਪਕਮਿੰਗ ਹੋਏਗਾ, ਇਲੈਕਸ਼ਨ ਕਾਨੂੰਗੋ ਦੀ ਪੋਸਟ ਬਹੁਤ ਹੀ ਜਲਦ ਆ ਰਹੀ ਹੈ, ਪੰਜਾਬ ਪੁਲਿਸ ਦੀਆਂ ਵੈਕੈਂਸੀਜ਼ ਬਾਰੇ ਵੀ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਐਂਡ ਜੇਲ੍ਹ ਵਾਰਡਰ ਦੀ ਪੋਸਟ ਵੀ ਆਊਟ ਹੋ ਚੁੱਕੀ ਹੈ। ਤਾਂ ਜਿਹੜੇ ਵੀ ਪੰਜਾਬ ਗੌਰਮੈਂਟ ਅਪਕਮਿੰਗ ਐਗਜ਼ਾਮਸ ਹੈਗੇ ਆ, ਇਹ ਜਿਹੜੇ ਕਰੰਟ ਅਫੇਅਰਸ ਤੁਹਾਨੂੰ ਕਾਫੀ ਜਿਹੜੇ ਫਾਇਦੇਮੰਦ ਹੋਣਗੇ। ਇਹ ਜਿਹੜੇ ਕਰੰਟ ਅਫੇਅਰਸ ਹੈ ਇਹਦੇ ਵਿੱਚ ਆਪਾਂ ਇੱਕ ਕਰੰਟ ਅਫੇਅਰ ਦੇ ਨਾਲ ਰਿਲੇਟਿਡ ਸਾਰੀ ਜਿਹੜੀ ਉਹਦੇ ਨਾਲ ਡਿਟੇਲ ਹੋਏਗੀ, ਐਕਸਪਲੇਨੇਸ਼ਨ ਹੋਏਗੀ, ਉਹਨੂੰ ਆਪਾਂ ਨਾਲ ਕਵਰ ਅਪ ਕਰਾਂਗੇ। ਐਂਡ ਮੋਸਟ ਇੰਪੋਰਟੈਂਟ, ਇਸ ਲੈਕਚਰ ਦੀ ਜਿਹੜੀ PDF ਹੈ ਉਹ ਤੁਹਾਨੂੰ ਫ੍ਰੀ ਆਫ ਕੋਸਟ ਜਿਹੜੀ ਮਿਲ ਜਾਏਗੀ। ਜਿਹੜੀ ਇਹ PDF ਹੈ ਇਹ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਜਾ ਕੇ ਲੈ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਹੈ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉਹਦੇ ਵਿੱਚ ਜਾ ਕੇ ਐਡ ਹੋ ਜਾਓ। ਉੱਥੋਂ ਤੁਹਾਨੂੰ ਜਿਹੜੀਆਂ ਵੀ ਲੈਕਚਰਸ ਦੀਆਂ PDFs ਹੋਣਗੀਆਂ ਉਹ ਤੁਹਾਨੂੰ ਨਾਲ ਦੇ ਨਾਲ ਮਿਲਦੀਆਂ ਜਾਣਗੀਆਂ। ਤਾਂ ਆਪਾਂ ਸਟਾਰਟ ਕਰਦੇ ਹਾਂ, 1 ਬਾਏ 1 ਆਪਾਂ ਦੇਖਦੇ ਹਾਂ। ਤਾਂ ਫਸਟ ਆਪਣੇ ਕੋਲ ਹੈ ਕਿ ਨਾਸਾ ਨੇ ਜਿਹੜੀ ਫਸਟ ਮੋਬਾਈਲ ਰੋਬੋਟ ਜਿਹੜਾ ਆਪਦਾ ਹੁਣੇ ਲਾਂਚ ਕੀਤਾ ਹੈ, ਇਹਦਾ ਨਾਮ ਕੀ ਹੈ? ਨਾਸਾ ਨੇ ਜਿਹੜਾ ਰੋਬੋਟ ਜਿਹੜਾ ਲਾਂਚ ਕੀਤਾ ਹੈ ਇਹਦਾ ਨਾਮ ਹੈ ਵਾਈਪਰ। ਇੰਪੋਰਟੈਂਟ ਹੈ, ਇਹ ਜਿਹੜਾ ਰੋਬੋਟ ਬਣਾਇਆ ਨਾਸਾ ਨੇ ਇਹ ਕਿਹਦੇ ਲਈ ਬਣਾਇਆ ਹੈ? ਤਾਂ ਨਾਸਾ ਨੇ ਇਹ ਜਿਹੜਾ ਰੋਬੋਟ ਹੈ ਇਹ ਮੂਨ ਮਿਸ਼ਨ ਦੇ ਲਈ ਬਣਾਇਆ ਹੈ। ਇਹ ਜਿਹੜਾ ਮੂਨ ਮਿਸ਼ਨ ਹੈ ਬੇਸਿਕਲੀ ਕਦੋਂ ਭੇਜਿਆ ਜਾਊਗਾ ਨਾਸਾ ਦੁਆਰਾ, ਮਤਲਬ ਇਹ ਰੋਬੋਟ ਕਦੋਂ ਭੇਜਿਆ ਜਾਊਗਾ ਮੂਨ ਦੇ ਉੱਪਰ? 2023, ਮਤਲਬ 2023 ਦੇ ਲਈ ਇਹਨਾਂ ਨੇ ਬਣਾਇਆ ਹੈ। ਤਾਂ ਇਹਦੀ ਫੁੱਲ ਫਾਰਮ ਵੀ ਇੰਪੋਰਟੈਂਟ ਹੈ। ਵਾਈਪਰ ਦੀ ਫੁੱਲ ਫਾਰਮ ਕੀ ਰਹੇਗੀ? ਤਾਂ ਵਾਈਪਰ ਦੀ ਫੁੱਲ ਫਾਰਮ, ਜੋ ਵੀ ਮੈਂ ਇੱਥੇ ਨੋਟਸ ਬਣਾ ਰਿਹਾ ਇੰਪੋਰਟੈਂਟ ਹੈ ਸਟੂਡੈਂਟਸ, ਇਹ ਤੁਹਾਨੂੰ ਕੀ ਹੈ PDF ਦੇ ਵਿੱਚ ਐਜ਼ ਇਟ ਇਜ਼ ਲਿਖੇ ਹੋਏ ਮਿਲਣਗੇ। ਠੀਕ ਹੈ ਜੀ। ਤਾਂ ਆਪਾਂ ਵਾਈਪਰ ਦੀ ਫੁੱਲ ਫਾਰਮ ਦੇਖਦੇ ਹਾਂ। ਵਾਈਪਰ ਦੀ ਫੁੱਲ ਫਾਰਮ ਕੀ ਹੈ? ਵੋਲਾਟਾਈਲ, V for volatile, volatiles basically, volatiles investigating polar exploration rover, ਤਾਂ ਇਹਦੀ ਫੁੱਲ ਫਾਰਮ ਹੈ। ਹੁਣ ਬੇਸਿਕਲੀ ਨਾਸਾ ਦੀ ਗੱਲ ਹੋ ਰਹੀ ਹੈ ਤਾਂ ਨਾਸਾ ਬਾਰੇ ਆਪਾਂ ਸਾਰੇ ਹੀ ਪੁਆਇੰਟਸ ਡਿਸਕਸ ਕਰਦੇ ਹਾਂ। ਨਾਸਾ, ਹਾਂਜੀ, ਤਾਂ ਨਾਸਾ ਦੀ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਨਾਸਾ ਬਾਰੇ। ਨਾਸਾ ਦੀ ਫੁੱਲ ਫਾਰਮ ਕੀ ਹੈ? ਨਾਸਾ ਦੀ ਫੁੱਲ ਫਾਰਮ ਹੈ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਠੀਕ ਹੈ ਜੀ, ਇਹ ਨਾਸਾ ਦੀ ਫੁੱਲ ਫਾਰਮ ਹੈ। ਨਾਸਾ ਦਾ ਹੈੱਡਕੁਆਟਰ, ਨਾਸਾ ਕੀ ਹੈ? ਬੇਸਿਕਲੀ USA ਦੀ ਸਪੇਸ ਏਜੰਸੀ ਹੈ, ਆਲਮੋਸਟ ਪਤਾ ਹੀ ਹੋਣਾ ਸਾਰਿਆਂ ਨੂੰ। USA ਦੀ ਸਪੇਸ ਏਜੰਸੀ ਹੈ। ਇਹਦਾ ਜਿਹੜਾ ਹੈੱਡਕੁਆਟਰ ਹੈ ਨਾਸਾ ਦਾ ਕਿੱਥੇ ਹੈ? ਵਾਸ਼ਿੰਗਟਨ DC ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਹਾਂਜੀ, ਨਾਸਾ ਜਿਹੜਾ ਐਸਟੈਬਲਿਸ਼ ਕੀਤਾ ਗਿਆ ਸੀ, ਸਪੇਸ ਏਜੰਸੀ ਐਸਟੈਬਲਿਸ਼ ਕਦੋਂ ਕੀਤੀ ਗਈ ਸੀ? 1958 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ। ਨਾਸਾ ਦੇ ਫਾਊਂਡਰ ਕੌਣ ਸੀ? ਨਾਸਾ ਦੇ ਫਾਊਂਡਰ ਕੌਣ ਸੀ? ਡਵਾਈਟ, ਨਾਮ ਇੰਪੋਰਟੈਂਟ ਹੈ, ਡਵਾਈਟ ਡੀ ਆਈਸਨਹੋਵਰ। ਠੀਕ ਹੈ ਜੀ, ਇਹ ਨਾਸਾ ਦੇ ਫਾਊਂਡਰ ਸੀ। ਨਾਸਾ ਬਾਰੇ ਗੱਲ ਹੋ ਰਹੀ ਹੈ ਤਾਂ ਨਾਸਾ ਦੇ ਕੁਝ ਕੁ ਮਿਸ਼ਨ ਇੰਪੋਰਟੈਂਟ ਹੈ।
ਜਿਵੇਂ ਹੁਣੇ ਨਿਊਜ਼ ਦੇ ਵਿੱਚ ਵੀ ਸੀ ਨਾਸਾ ਦੇ ਜਿਹੜੇ ਮਿਸ਼ਨ। ਫਸਟ ਆਫ ਆਲ ਨਾਸਾ ਦਾ ਅਗਰ ਆਪਾਂ ਗੱਲ ਕਰੀਏ, ਨਾਸਾ ਦਾ ਹੁਣੇ ਮੂਨ ਮਿਸ਼ਨ ਭੇਜਿਆ ਗਿਆ ਹੈ। ਈਵਨ ਇਹ ਵਰਕਿੰਗ ਦੇ ਵਿੱਚ ਵੀ ਹੈ ਨਾਸਾ ਦਾ ਮੂਨ ਮਿਸ਼ਨ। ਇਹਦੇ ਬਾਰੇ ਤੁਸੀਂ ਨਿਊਜ਼ ਦੇ ਵਿੱਚ ਵੀ ਸੁਣਿਆ ਹੋਏਗਾ। ਨਾਸਾ ਦਾ ਹੁਣੇ ਜਿਹੜਾ ਭੇਜਿਆ ਗਿਆ ਮੂਨ ਮਿਸ਼ਨ, ਸੌਰੀ ਨਾਸਾ ਦਾ ਹੁਣੇ ਭੇਜਿਆ ਗਿਆ ਮਾਰਸ ਮਿਸ਼ਨ। ਮੂਨ ਮਿਸ਼ਨ ਬਾਰੇ ਵੀ ਆਪਾਂ ਗੱਲ ਕਰਾਂਗੇ। ਦੂਸਰਾ ਆਪਾਂ ਹੁਣੇ ਜਿਹੜਾ ਨਿਊਜ਼ ਦੇ ਵਿੱਚ ਸੁਣਦੇ ਹਾਂ, ਨਾਸਾ ਦਾ ਉਹ ਮਾਰਸ ਮਿਸ਼ਨ ਹੈ ਜਿਹੜਾ ਹੁਣੇ ਭੇਜਿਆ ਗਿਆ। ਮਾਰਸ ਮਿਸ਼ਨ ਕਿਹੜਾ ਭੇਜਿਆ ਗਿਆ, ਇਹਦਾ ਨਾਮ ਕੀ ਹੈ ਨਾਸਾ ਦਾ? ਇਹਦਾ ਮਿਸ਼ਨ ਦਾ ਨਾਮ ਹੈ ਪਰਸੀਵਰੈਂਸ ਮਿਸ਼ਨ ਭੇਜਿਆ ਗਿਆ। ਮਾਰਸ ਮਿਸ਼ਨ ਹੈ। ਇਹ ਜਿਹੜਾ ਮਿਸ਼ਨ ਹੈ ਇਹਦੇ ਵਿੱਚ ਨਾ ਇੱਕ ਹੈਲੀਕਾਪਟਰ ਹੈ, ਇਹਦਾ ਨਾਮ ਇੰਪੋਰਟੈਂਟ ਹੈ, ਜਿਹੜਾ ਨਿਊਜ਼ ਦੇ ਵਿੱਚ ਸੀ। ਕੁਐਸਚਨ ਫਰੇਮ ਹੋ ਸਕਦਾ ਆਪਣੇ ਪੇਪਰ ਦੇ ਵਿੱਚ। ਤਾਂ ਉਸ ਹੈਲੀਕਾਪਟਰ ਦਾ ਨਾਮ ਕੀ ਹੈ? ਇਨਜੈਨਿਟੀ। ਹੈਲੀਕਾਪਟਰ ਦਾ ਨਾਮ ਹੈ ਇਨਜੈਨਿਟੀ। ਇਹ ਜਿਹੜਾ ਹੈਲੀਕਾਪਟਰ ਹੈ ਇਹਨੇ ਮਾਰਸ ਦੇ ਉੱਪਰ ਜਿਹੜੀਆਂ ਪਿਕਚਰਸ ਕਲਿੱਕ ਕਰਕੇ ਨਾ ਆਪਾਂ ਨੂੰ ਹੁਣੇ ਜਿਹੜੀਆਂ ਅਰਥ ਦੇ ਉੱਪਰ ਪਹੁੰਚਾਈਆਂ, ਠੀਕ ਹੈ। ਤਾਂ ਅਗਰ ਆਪਾਂ ਮਾਰਸ ਦੀ ਇੱਥੇ ਹੁਣ ਮਾਰਸ ਪਲੈਨਟ ਦੀ ਗੱਲ ਕਰੀਏ ਤਾਂ ਸਟੈਟਿਕ ਪੋਜੀਸ਼ਨ ਆਪਣੇ ਕੋਲ ਆ ਜਾਂਦਾ ਹੈ ਕਿ ਮਾਰਸ ਜਿਹੜਾ ਪਲੈਨਟ ਹੈ, ਗ੍ਰਹਿ ਹੈਗਾ, ਇਹਨੂੰ ਰੈੱਡ ਪਲੈਨਟ ਕਿਹਾ ਜਾਂਦਾ। ਮਾਰਸ ਇਜ਼ ਆਲਸੋ ਨੋਨ ਐਜ਼ ਰੈੱਡ ਪਲੈਨਟ। ਰੈੱਡ ਪਲੈਨਟ ਕਿਉਂ ਹੈ? ਕਿਉਂਕਿ ਇਹਦੇ ਉੱਪਰ ਆਇਰਨ ਆਕਸਾਈਡ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੈ। ਤਾਂ ਯਾਦ ਰੱਖਣਾ ਤੁਸੀਂ, ਆਇਰਨ ਆਕਸਾਈਡ ਮਤਲਬ ਲੋਹੇ ਦੇ ਜਿਹੜੇ ਆਕਸਾਈਡਸ ਆ ਉਹ ਕਾਫੀ ਜਿਹੜੇ ਪਾਏ ਜਾਂਦੇ ਆ। ਮਾਰਸ ਜਿਹੜਾ ਪਲੈਨਟ ਹੈ ਬੇਸਿਕਲੀ ਇਹਦੀ ਨਾ ਇੱਕ ਸੈਟੇਲਾਈਟ ਹੈ ਜਿਹੜੀ ਕੁਐਸਚਨਸ ਦੇ ਵਿੱਚ ਵੀ ਆ ਜਾਂਦੀ ਹੁੰਦੀ ਹੈ। ਇਹ ਸੈਟੇਲਾਈਟ ਸਾਰੀਆਂ ਸੈਟੇਲਾਈਟਸ ਦੇ ਵਿੱਚੋਂ ਛੋਟੀ ਹੈ, ਸਮੋਲੈਸਟ ਸੈਟੇਲਾਈਟ ਅਗਰ ਆਪਾਂ ਗੱਲ ਕਰੀਏ ਤਾਂ ਉਹ ਮਾਰਸ ਦੀ ਜਿਹੜੀ ਸੈਟੇਲਾਈਟ ਆ ਉਹ ਸਭ ਤੋਂ ਛੋਟੀ ਹੈ। ਇਸ ਸੈਟੇਲਾਈਟ ਦਾ ਨਾਮ ਕੀ ਹੈ? ਡੀਮੋਸ। ਮਾਰਸ ਦੀ ਜਿਹੜੀ ਸਭ ਤੋਂ ਛੋਟੀ ਸੈਟੇਲਾਈਟ ਹੈ ਡੀਮੋਸ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਮੂਨ ਮਿਸ਼ਨ ਦੀ। ਤਾਂ ਨਾਸਾ ਦੇ ਜਿਹੜਾ ਮੂਨ ਮਿਸ਼ਨ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ। ਨਾਸਾ ਨੇ ਫਸਟ ਆਫ ਆਲ ਸਪੇਸ ਮਿਸ਼ਨ ਵੀ ਇਹਨਾਂ ਦਾ ਪਹਿਲਾਂ ਸਭ ਤੋਂ ਗਿਆ ਸੀ, ਤਾਂ ਮੂਨ ਦੇ ਉੱਪਰ ਵੀ ਇਹਨਾਂ ਦਾ ਸਭ ਤੋਂ ਪਹਿਲਾਂ ਮਿਸ਼ਨ ਗਿਆ ਸੀ। ਨਾਸਾ ਦਾ ਫਸਟ ਮੂਨ ਮਿਸ਼ਨ ਦਾ ਨਾਮ ਕੀ ਸੀ? ਫਸਟ ਮੂਨ ਮਿਸ਼ਨ ਵੀ ਕਹਿ ਸਕਦੇ ਹਾਂ ਆਪਾਂ, ਫਸਟ ਹਿਊਮਨ ਮੂਨ ਮਿਸ਼ਨ ਵੀ ਕਹਿ ਸਕਦੇ ਹਾਂ ਆਪਾਂ। ਮਤਲਬ ਪਹਿਲੀ ਵਾਰੀ ਇਨਸਾਨ ਨੂੰ ਇਹਨਾਂ ਨੇ ਚੰਦਰਮਾ 'ਤੇ ਭੇਜਿਆ ਸੀ। ਤਾਂ ਮਿਸ਼ਨ ਦਾ ਨਾਮ ਕੀ ਸੀ? ਅਪੋਲੋ 11। ਕਾਫੀ ਇੰਪੋਰਟੈਂਟ ਹੈ। ਅਗੇਨ ਇਹ ਨਿਊਜ਼ ਦੇ ਵਿੱਚ ਸੀ। ਕਿਵੇਂ ਨਿਊਜ਼ ਦੇ ਵਿੱਚ ਸੀ ਹੁਣ ਆਪਾਂ ਦੇਖਦੇ ਹਾਂ। ਅਪੋਲੋ 11 ਜਿਹੜਾ ਨਾਸਾ ਨੇ ਮਿਸ਼ਨ ਭੇਜਿਆ ਸੀ, ਇਹ ਜਿਹੜਾ ਮਿਸ਼ਨ ਸੀ ਇਹਦੇ ਵਿੱਚ ਜਿਹੜੇ ਪਰਸਨ ਗਏ ਸੀ, ਇਹਦੇ ਵਿੱਚ 3 ਪਰਸਨਸ ਦੇ ਨਾਮ ਜਿਹੜੇ ਇੰਪੋਰਟੈਂਟ ਰਹਿੰਦੇ ਆ। ਇੱਕ ਪਰਸਨ ਦਾ ਨਾਮ ਆਪਾਂ ਸਾਰਿਆਂ ਨੂੰ ਪਤਾ ਹੈ, ਫਸਟ ਹੈ ਨਾ, ਜਿਨ੍ਹਾਂ ਨੇ ਮੂਨ 'ਤੇ ਜਿਹੜਾ ਫਸਟ ਆਪਦਾ ਜਿਹੜਾ ਪੈਰ ਰੱਖਿਆ ਸੀ, ਨੀਲ ਆਰਮਸਟਰੋਂਗ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਹੈ। ਦੂਸਰਾ ਪਰਸਨ ਅਗਰ ਆਪਾਂ ਗੱਲ ਕਰੀਏ ਅਪੋਲੋ 11 ਦੇ ਵਿੱਚ, ਦੂਸਰਾ ਪਰਸਨ ਨੀਲ ਆਰਮਸਟਰੋਂਗ ਦੇ ਨਾਲ ਕੌਣ ਸੀ? ਤਾਂ ਉਹ ਪਰਸਨ ਦਾ ਨਾਮ ਹੈ ਬਜ਼ ਐਲਡਰਿਨ, ਠੀਕ ਹੈ ਜੀ। ਤੀਜਾ ਪਰਸਨ ਇੱਕ ਹੋਰ ਸੀ, ਬਟ ਇਹ ਮੂਨ ਦੇ ਉੱਪਰ ਉਤਰਿਆ ਨਹੀਂ ਸੀ। ਇਹ ਸਪੇਸ ਦੇ ਵਿੱਚ ਬੇਸਿਕਲੀ ਆਪਦੇ ਏਅਰਕ੍ਰਾਫਟ ਦੇ ਵਿੱਚ ਹੀ ਬੈਠਿਆ ਹੋਇਆ ਸੀ, ਮਤਲਬ ਏਅਰਕ੍ਰਾਫਟ ਨੂੰ ਸੰਭਾਲ ਰਿਹਾ ਸੀ। ਮਾਈਕਲ ਕੋਲਿੰਸ ਇੰਪੋਰਟੈਂਟ ਹੈ ਜੀ ਇਹ ਮਾਈਕਲ ਕੋਲਿੰਸ, ਕਿਉਂਕਿ ਹੁਣੇ ਅਪ੍ਰੈਲ 29 ਨੂੰ ਮਾਈਕਲ ਕੋਲਿੰਸ ਦੀ ਹੁਣੇ ਡੈਥ ਹੋਈ ਹੈ। ਮਾਈਕਲ ਕੋਲਿੰਸ ਇੱਕ ਥਰਡ ਆਪਾਂ ਕਹਿ ਲਈਏ ਐਸਟਰੋਨੋਟ ਸੀ ਅਪੋਲੋ 11 ਮਿਸ਼ਨ ਦੇ ਵਿੱਚ। ਨਾਸਾ ਦੁਆਰਾ ਮੂਨ ਦੇ ਵਿੱਚ ਉੱਪਰ ਭੇਜਿਆ ਗਿਆ ਸੀ। ਮਾਈਕਲ ਕੋਲਿੰਸ ਜਿਹੜੇ ਇਹ ਥਰਡ ਪਰਸਨ ਸੀ, ਇਹਨਾਂ ਨੇ ਆਪਦੀ ਆਟੋਬਾਇਓਗ੍ਰਾਫੀ ਲਿਖੀ ਹੈ। ਆਟੋਬਾਇਓਗ੍ਰਾਫੀ ਦਾ ਨਾਮ ਕੀ ਹੈ? ਜਾਂ ਪੇਪਰ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਪਾ ਦਿੰਦੇ ਆ ਵੀ ਆਟੋਬਾਇਓਗ੍ਰਾਫੀ ਦੇ ਕੇ ਇਹ ਪੁੱਛ ਲੈਣਗੇ ਵੀ ਇਹ ਆਟੋਬਾਇਓਗ੍ਰਾਫੀ ਕਿਹਦੀ ਹੈ, ਠੀਕ ਹੈ। ਤਾਂ ਇਸ ਪਰਸਨ ਦੀ ਆਟੋਬਾਇਓਗ੍ਰਾਫੀ ਦਾ ਨਾਮ ਵੀ ਆਪਾਂ ਯਾਦ ਰੱਖਣਾ। ਮੈਂ ਇੱਥੇ ਲਿਖ ਰਿਹਾ ਆਟੋਬਾਇਓਗ੍ਰਾਫੀ ਦਾ ਨਾਮ ਇਹਨਾਂ ਦੀ ਕੈਰਿੰਗ ਦ ਫਾਇਰ। ਮੋਸਟ ਇੰਪੋਰਟੈਂਟ ਹੈ ਇਹ, ਕੈਰਿੰਗ ਦ ਫਾਇਰ। ਕੈਰਿੰਗ ਦ ਫਾਇਰ ਇਹ ਇਹਨਾਂ ਦੀ ਆਟੋਬਾਇਓਗ੍ਰਾਫੀ ਸੀ। ਕਿਹਨਾਂ ਦੀ? ਥਰਡ ਆਪਣੇ ਕੋਲ ਸਾਇੰਟਿਸਟ ਸੀ, ਐਸਟਰੋਨੋਟ ਸੀ ਅਪੋਲੋ 11 ਮਿਸ਼ਨ ਦੇ ਵਿੱਚ। ਤਾਂ ਇਹ ਫਸਟ ਆਪਣੇ ਕੋਲ ਕਰੰਟ ਅਫੇਅਰ ਸੀ, ਠੀਕ ਹੈ ਜੀ। ਨੈਕਸਟ ਦੂਸਰੇ ਕਰੰਟ ਅਫੇਅਰ 'ਤੇ ਆਪਾਂ ਮੂਵ ਕਰਦੇ ਹਾਂ। ਨੀਸਰ, ਇਹ ਵੀ ਆਪਣੇ ਕੋਲ ਬੇਸਿਕਲੀ ਸਪੇਸ ਏਜੰਸੀ ਦੇ ਨਾਲ ਹੀ ਰਿਲੇਟਿਡ ਹੈ। ਨੀਸਰ
ਨੀਸਰ ਕੀ ਹੈ? ਇੱਕ ਬੇਸਿਕਲੀ ਆਪਣੇ ਕੋਲ ਸੈਟੇਲਾਈਟ ਹੈ। ਇਹਦੀ ਫੁੱਲ ਫॉर्म ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਨਾਸਾ ਈਸਰੋ ਸਿੰਥੈਟਿਕ ਐਪਰਚਰ ਰੈਡਾਰ। ਦੇਖੋ ਇਹ ਜਿਹੜਾ ਕੋਲੈਬੋਰੇਟਿਵ ਮਿਸ਼ਨ ਹੈ ਕਿੰਦਾ, ਨਾਸਾ ਤੇ ਈਸਰੋ ਵਾਲਾ। ਨਾਸਾ ਬਾਰੇ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ। ਤਾਂ ਹੁਣ ਆਪਾਂ ਦੂਸਰੇ ਇੱਥੇ ਆਪਾਂ ਈਸਰੋ ਬਾਰੇ ਆਪਾਂ ਡਿਸਕਸ ਕਰਦੇ ਹਾਂ, ਈਸਰੋ ਕੀ ਹੈ, ਠੀਕ ਹੈ। ਤਾਂ ਈਸਰੋ ਬਾਰੇ ਜਿੰਨੇ ਵੀ ਇੰਪੋਰਟੈਂਟ ਪੁਆਇੰਟਸ ਹੈ ਜੋ ਆਪਣੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਉਹ ਆਪਾਂ ਡਿਸਕਸ ਕਰਦੇ ਹਾਂ। ਫਸਟ ਆਫ ਆਲ ਈਸਰੋ ਦੀ ਫੁੱਲ ਫॉर्म ਦੀ ਅਗਰ ਗੱਲ ਕੀਤੀ ਜਾਵੇ, ਈਸਰੋ ਕੀ ਇੱਕ ਸਪੇਸ ਏਜੰਸੀ ਹੈ, ਇਹ ਪਤਾ ਆਪਾਂ ਨੂੰ। ਇੰਡੀਆ ਦੀ ਸਪੇਸ ਏਜੰਸੀ ਹੈ, ਇੰਡੀਅਨ ਸਪੇਸ ਏਜੰਸੀ ਹੈ। ਈਸਰੋ ਇੰਡੀਅਨ ਸਪੇਸ ਏਜੰਸੀ ਹੈ। ਈਸਰੋ ਦੀ ਅਗਰ ਫੁੱਲ ਫॉर्म ਦੇਖਣੀ ਹੋਵੇ ਤਾਂ ਕੀ ਹੋਏਗੀ? ਦ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਮੈਂ ਇੱਥੇ ਲਿਖ ਰਿਹਾ ਦ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਠੀਕ ਹੈ ਜੀ। ਹਾਂਜੀ, ਇਹ ਈਸਰੋ ਦੀ ਫੁੱਲ ਫॉर्म ਹੋ ਗਈ। ਹੁਣ ਈਸਰੋ ਦੀ ਐਸਟੈਬਲਿਸ਼ਮੈਂਟ ਕਦੋਂ ਕੀਤੀ ਗਈ ਸੀ? ਤਾਂ ਈਸਰੋ ਦੀ ਐਸਟੈਬਲਿਸ਼ਮੈਂਟ ਕੀਤੀ ਗਈ ਸੀ 15 ਅਗਸਤ 1969 ਦੇ ਵਿੱਚ, 1969 ਦੇ ਵਿੱਚ ਇਹਦੀ ਐਸਟੈਬਲਿਸ਼ਮੈਂਟ ਕੀਤੀ ਗਈ ਸੀ। ਤਾਂ ਈਸਰੋ ਦੇ ਫਾਊਂਡਰ ਕੌਣ ਸੀ? ਫਾਊਂਡਰ, ਜਿਸ ਤਰ੍ਹਾਂ ਆਪਾਂ ਨਾਸਾ ਦੇ ਫਾਊਂਡਰ ਲਿਖੇ ਸੀ ਤਾਂ ਈਸਰੋ ਦੇ ਫਾਊਂਡਰ ਕੌਣ ਸੀ? ਵਿਕਰਮ ਸਾਰਾਭਾਈ। ਨਾਮ ਸੁਣਿਆ ਹੋਣਾ ਤੁਸੀਂ, ਵਿਕਰਮ ਸਾਰਾਭਾਈ। ਵਿਕਰਮ ਸਾਰਾਭਾਈ ਇਹਨਾਂ ਦੇ ਫਾਊਂਡਰ ਸੀ ਈਸਰੋ ਦੇ। ਅੱਛਾ, ਮੋਸਟ ਇੰਪੋਰਟੈਂਟ ਪੁਆਇੰਟ, ਵਿਕਰਮ ਸਾਰਾਭਾਈ ਦੇ ਇੱਕ ਸਟੂਡੈਂਟ ਰਹੇ ਹੈ ਜਿਹੜੇ ਅਗੇਨ ਨਿਊਜ਼ ਦੇ ਵਿੱਚ ਸੀ। ਇਹ ਵੀ ਇੱਕ ਸਾਇੰਟਿਸਟ ਸੀ, UDP ਰਾਓ, ਠੀਕ ਹੈ ਜੀ। ਜਾਂ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ UR ਰਾਓ। ਤਾਂ ਇੱਕ ਸਾਇੰਟਿਸਟ ਸੀ ਜਿਹੜੇ ਇਹਨਾਂ ਦੇ ਬੇਸਿਕਲੀ ਸਟੂਡੈਂਟ ਵੀ ਸੀ। UDP ਰਾਓ ਜਿਹੜੇ ਸਾਇੰਟਿਸਟ ਸੀ, ਇਹਨਾਂ ਨੂੰ ਟਾਈਟਲ ਦਿੱਤਾ ਗਿਆ ਹੈ ਸੈਟੇਲਾਈਟ ਮੈਨ ਆਫ ਇੰਡੀਆ। ਸੈਟੇਲਾਈਟ ਮੈਨ ਆਫ ਇੰਡੀਆ, ਇਹ ਟਾਈਟਲ ਇਹਨਾਂ ਨੂੰ ਕਿਉਂ ਦਿੱਤਾ ਗਿਆ? ਵਾਈ? ਸੈਟੇਲਾਈਟ ਮੈਨ ਆਫ ਇੰਡੀਆ ਇਹਨਾਂ ਨੂੰ ਟਾਈਟਲ ਤਾਂ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਟੈਕਨੋਲੋਜੀ ਬਣਾਈ ਸੀ। ਸੈਟੇਲਾਈਟਸ ਨੂੰ ਲਾਂਚ ਕਰਨ ਦੇ ਲਈ ਟੈਕਨੋਲੋਜੀ ਇਹਨਾਂ ਨੇ ਜਨਰੇਟ ਕੀਤੀ ਸੀ। ਰੋਕਟ ਟੈਕਨੋਲੋਜੀ ਬਣਾਈ ਸੀ ਇਹਨਾਂ ਨੇ। ਰੋਕਟਸ ਜਿਹੜੇ ਯੂਜ਼ ਹੁੰਦੇ ਆ ਸੈਟੇਲਾਈਟ ਨੂੰ ਲਾਂਚ ਕਰਨ ਦੇ ਲਈ, ਤਾਂ ਇਹਨਾਂ ਨੇ ਬੇਸਿਕਲੀ ਕਿਹੜੀਆਂ ਟੈਕਨੀਕਸ ਦਿੱਤੀਆਂ ਆਪਾਂ ਨੂੰ? ASLV, PSLV ਐਂਡ GSLV। ਹਾਂਜੀ, ਇੱਥੋਂ ਵੀ ਕੁਐਸਚਨਸ ਆਪਣੇ ਜਿਹੜੇ ਕਿ ਪੇਪਰ ਦੇ ਵਿੱਚ ਕੁਐਸਚਨਸ ਫਰੇਮ ਹੁੰਦੇ ਆ। ਤੁਸੀਂ ਸਭ ਤੋਂ ਪਹਿਲਾਂ ਤਾਂ ਮੈਨੂੰ ASLV, PSLV ਅਤੇ GSLV ਦੀ ਫੁੱਲ ਫॉर्म ਦੱਸਣੀ ਹੈ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ, ਠੀਕ। ਹੁਣ ਗੱਲ ਕਰੀਏ ਆਪਾਂ ਤਾਂ ਈਸਰੋ ਬਾਰੇ। ਈਸਰੋ ਦੇ ਐਟ ਪ੍ਰੈਜ਼ੈਂਟ ਡਾਇਰੈਕਟਰ ਕੌਣ ਹੈ? ਈਸਰੋ ਦੇ ਡਾਇਰੈਕਟਰ ਐਟ ਪ੍ਰੈਜ਼ੈਂਟ ਕੌਣ ਹੈ? ਕੋਈ ਪੂਰਾ ਨਾਮ ਦੱਸ ਸਕਦਾ ਜੀ ਈਸਰੋ ਦੇ ਡਾਇਰੈਕਟਰ ਦਾ ਪੂਰਾ ਨਾਮ? ਤੁਸੀਂ ਸ਼ੋਰਟ ਦੇ ਵਿੱਚ ਤਾਂ ਸੁਣਿਆ ਹੋਣਾ K ਸਿਵਾਨ, ਹੈ ਨਾ, ਬਟ ਇਹਨਾਂ ਦਾ ਪੂਰਾ ਨਾਮ ਵੀ ਅਗਰ ਗੱਲ ਕਰੀਏ ਤਾਂ ਪੂਰਾ ਨਾਮ ਕੀ ਹੈ? ਕੈਲਾਸ਼ਵ ਦਿਵੋ, ਕੈਲਾਸ਼ਵ ਦਿਵੋ ਸਿਵਾਨ। ਅਗਰ ਇਹਨਾਂ ਨੂੰ ਆਪਾਂ ਸ਼ੋਰਟ ਦੇ ਵਿੱਚ ਲਿਖਣਾ ਹੋਵੇ ਨਾ ਤਾਂ ਇਸ ਤਰ੍ਹਾਂ ਲਿਖਿਆ ਹੁੰਦਾ K ਸਿਵਾਨ। ਹੁਣ ਈਸਰੋ ਦੀ ਗੱਲ ਹੋ ਰਹੀ ਹੈ ਤਾਂ ਹਾਂਜੀ, ਈਸਰੋ ਦੇ ਕੁਝ ਕੁ ਮਿਸ਼ਨ ਅਗੇਨ ਨਿਊਜ਼ ਦੇ ਵਿੱਚ ਸੀ। ਜਿਵੇਂ ਨਾਸਾ ਦੇ ਆਪਾਂ ਮਿਸ਼ਨ ਬਾਰੇ ਗੱਲ ਕੀਤੀ ਸੀ ਪਰਸੀਵਰੈਂਸ, ਉਸੇ ਤਰ੍ਹਾਂ ਈਸਰੋ ਦੇ ਕੁਝ ਕੁ ਮਿਸ਼ਨ ਜਿਹੜੇ ਆਪਾਂ ਨੂੰ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਈਸਰੋ ਦਾ ਜਿਹੜਾ ਮਿਸ਼ਨ ਗੱਲ ਕਰੀਏ ਗਗਨਯਾਨ, ਹੈ ਨਾ ਜੀ। ਤਾਂ ਗਗਨਯਾਨ ਇਹ ਆਪਣਾ ਫਸਟ ਮੈਨ ਮਿਸ਼ਨ ਹੋਏਗਾ, ਫਸਟ ਮੈਨ ਮਿਸ਼ਨ ਹੈ ਜਿਹੜਾ ਕਿ 2024 ਦੇ ਵਿੱਚ ਲਾਂਚ ਕੀਤਾ ਜਾਏਗਾ। ਮਤਲਬ ਇੰਡੀਆ ਆਪਦੇ ਵੱਲੋਂ ਪਰਸਨਸ ਨੂੰ ਸਪੇਸ ਦੇ ਵਿੱਚ ਭੇਜੇਗਾ ਗਗਨਯਾਨ ਪ੍ਰੋਜੈਕਟ ਦੇ ਵਿੱਚ। ਕਿੱਥੇ ਭੇਜੂਗਾ, ਕਿਹੜੇ ਔਰਬਿਟ ਦੇ ਵਿੱਚ,
ਤਾਂ लो अर्थ ऑर्बिट ਦੇ ਵਿੱਚ ਭੇਜਿਆ ਜਾਊਗਾ। LEO ਬੋਲਦੇ ਹਾਂ ਆਪਾਂ, लो अर्थ ऑर्बिट। ਨੈਕਸਟ ਈਸਰੋ ਦੇ ਕੁਝ ਕੁ ਹੋਰ ਮਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਚੰਦਰਯਾਨ 1 ਐਂਡ 2 ਬਾਰੇ ਪਤਾ ਹੋਏਗਾ ਸਾਰਿਆਂ ਨੂੰ, ਹੈ ਨਾ। ਤਾਂ ਮੂਨ ਮਿਸ਼ਨ ਭੇਜੇ ਗਏ ਸੀ ਈਸਰੋ ਦੇ, ਆਪਾਂ ਇੱਥੇ ਲਿਖ ਰਹੇ ਹਾਂ ਸਾਈਡ ਤੇ। ਹਾਂਜੀ, ਚੰਦਰਯਾਨ 1 ਐਂਡ ਚੰਦਰਯਾਨ 2 ਇਹ ਆਲਰੇਡੀ ਤਾਂ ਹੋ ਚੁੱਕੇ ਹੈ। ਚੰਦਰਯਾਨ 1 ਐਂਡ 2, ਚੰਦਰਯਾਨ 1 ਜਿਹੜਾ ਮਿਸ਼ਨ ਹੈ ਉਹ ਈਸਰੋ ਵੱਲੋਂ ਕਦੋਂ ਭੇਜਿਆ ਗਿਆ ਸੀ? 2008 ਦੇ ਵਿੱਚ ਭੇਜਿਆ ਗਿਆ ਸੀ, ਠੀਕ। ਚੰਦਰਯਾਨ 2 ਮਿਸ਼ਨ ਜਿਹੜਾ ਹੁਣੇ ਭੇਜਿਆ ਗਿਆ ਰੀਸੈਂਟਲੀ, ਮਤਲਬ ਆਪਾਂ ਇਹ ਕਹਿ ਲਈਏ ਵੀ ਇਸ ਤੋਂ ਬਾਅਦ ਹਜੇ ਤੱਕ ਆਪਾਂ ਕੋਈ ਨਹੀਂ ਭੇਜਿਆ, ਰੀਸੈਂਟ ਵਾਲਾ ਸੈਕਿੰਡ ਚੰਦਰਯਾਨ ਮਿਸ਼ਨ ਇਹ 2019 ਦੇ ਵਿੱਚ ਭੇਜਿਆ ਗਿਆ ਸੀ, ਠੀਕ। ਨੈਕਸਟ ਹੁਣੇ ਈਸਰੋ ਨੇ ਵੀ ਕਿਹਾ ਕਿ ਅਸੀਂ ਚੰਦਰਯਾਨ 3 ਵੀ ਲਾਂਚ ਕਰਾਂਗੇ, ਚੰਦਰਯਾਨ 3 ਵੀ ਲਾਂਚ ਕੀਤਾ ਜਾਊਗਾ, ਠੀਕ ਹੈ ਜੀ, ਈਸਰੋ ਦੁਆਰਾ। ਇਹ ਵੀ ਮੂਨ ਮਿਸ਼ਨ ਹੋਊਗਾ ਆਪਣਾ ਥਰਡ। ਇਸ ਤੋਂ ਬਿਨਾਂ ਅੱਛਾ, ਚੰਦਰਯਾਨ 3 ਜਿਹੜਾ ਮਿਸ਼ਨ ਹੈ ਇਹ ਜਿਹੜਾ ਭੇਜਿਆ ਜਾਊਗਾ, ਇਹ ਕਦੋਂ ਭੇਜਿਆ ਜਾਊਗਾ? ਚੰਦਰਯਾਨ 3 2022 ਦੇ ਵਿੱਚ ਲਾਂਚ ਕੀਤਾ ਜਾਊਗਾ, ਠੀਕ। ਤਾਂ ਇਹ ਕੁਝ ਕੁ ਇੰਪੋਰਟੈਂਟ ਪੁਆਇੰਟ ਸੀਗੇ। ਨੈਕਸਟ ਅਗਲੇ ਕਰੰਟ ਅਫੇਅਰ 'ਤੇ ਆਪਾਂ ਮੂਵ ਕਰਦੇ ਹਾਂ। ਹਾਂਜੀ, ਨੈਕਸਟ COVID-19 ਐਂਟੀਬੋਡੀ ਡਿਟੈਕਸ਼ਨ ਕਿੱਟ। ਇਹ ਜਿਹੜੀ ਡਿਟੈਕਸ਼ਨ ਕਿੱਟ ਜਿਹੜੀ ਬਣਾਈ ਗਈ ਹੈ COVID-19 ਦੇ ਨਾਲ ਰਿਲੇਟਿਡ, ਇਹਦਾ ਨਾਮ ਕੀ ਹੈ ਡਿਟੈਕਸ਼ਨ ਕਿੱਟ ਦਾ? ਹਾਂਜੀ, ਨਾਮ ਇਹਦਾ ਡਿਪਕੋਵੈਨ ਜਿਹੜਾ ਇਹ ਐਂਟੀਬੋਡੀ ਕਿੱਟ ਹੈ, ਇਹ ਕੀ ਕਰੇਗੀ? ਦੇਖੋ, ਇਹ ਜਿਹੜੀ ਐਂਟੀਬੋਡੀ ਕਿੱਟ ਹੈ, ਡਿਟੈਕਸ਼ਨ ਕਿੱਟ ਹੈ, ਇਹ ਐਂਟੀਬੋਡੀਜ਼ ਕੀ ਆਪਣੀ ਬੋਡੀ ਦੇ ਵਿੱਚ ਜਿਹੜੀ ਕੋਵਿਡ ਤੋਂ ਬਾਅਦ ਐਂਟੀਬੋਡੀਜ਼ ਜਨਰੇਟ ਹੋਈਆਂ ਜਾਂ ਨਹੀਂ ਹੋਈਆਂ, ਐਂਟੀਬੋਡੀਜ਼ ਨੂੰ ਚੈੱਕ ਕਰੇਗੀ, ਠੀਕ ਹੈ। ਇਹ ਚੈੱਕ ਕਰਨ ਲਈ ਹੈ। ਕਿਹਦੇ ਦੁਆਰਾ ਇਹ ਕਿੱਟ ਬਣਾਈ ਗਈ ਹੈ? ਤਾਂ ਕਾਫੀ ਆਪਣੀ ਫੇਮਸ ਆਰਗੇਨਾਈਜੇਸ਼ਨ ਹੈ, DRDO ਦੁਆਰਾ ਬਣਾਈ ਗਈ ਹੈ। ਤਾਂ ਹੁਣ ਆਪਣੇ ਕੋਲ DRDO ਦੁਆਰਾ ਬਣਾਈ ਗਈ ਡਿਟੈਕਸ਼ਨ ਕਿੱਟ ਬਾਰੇ ਆਪਾਂ ਦੇਖ ਰਹੇ ਹਾਂ। ਤਾਂ DRDO ਦੁਆਰਾ ਬਣਾਈ ਗਈ ਡਿਟੈਕਸ਼ਨ ਕਿੱਟ ਕਿਹੜੀ ਹੈ? DRDO ਦੀ ਫੁੱਲ ਫਾਰਮ ਦੀ ਗੱਲ ਕੀਤੀ ਜਾਵੇ ਤਾਂ DRDO ਦੀ ਫੁੱਲ ਫਾਰਮ ਕੀ ਹੋਏਗੀ? ਹਾਂਜੀ, ਕਿਸੇ ਨੂੰ ਪਤਾ ਹੈ DRDO ਦੀ ਫੁੱਲ ਫਾਰਮ? ਜੇ ਪਤਾ ਹੈ ਤਾਂ ਜਲਦੀ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ। DRDO ਦੀ ਫੁੱਲ ਫਾਰਮ, ਹਾਂਜੀ, DRDO ਦੀ ਫੁੱਲ ਫਾਰਮ ਜਲਦੀ ਦੱਸੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ। डिफेंस, हाँ जी, डिफेंस रिसर्च एंड डेवलपमेंट, डिफेंस रिसर्च एंड डेवलपमेंट ऑर्गेनाइजेशन। इहदे हैडकुआटर की गल की जाए, DRDO का हैडकुआटर कित्थे है? DRDO का हैडकुआटर कित्थे है? न्यू दिल्ली। DRDO का हैडकुआटर कित्थे है? न्यू दिल्ली दे विच। DRDO जिहड़ी एक किहड़ी मिनिस्ट्री दे अंडर काम करदी है ऑर्गेनाइजेशन? ये अपनी डिफेंस मिनिस्ट्री दे अंडर काम करदी है। डिफेंस मिनिस्ट्री दे मिनिस्टर कौन है? यह मिनिस्ट्री किंदे अंडर है? डिफेंस मिनिस्ट्री दे मिनिस्टर कौन है? मतलब अपने डिफेंस मिनिस्टर कौन है? हाँ जी, राजनाथ सिंह। तो DRDO डिफेंस मिनिस्ट्री दे अंडर काम करती है, तो डिफेंस मिनिस्ट्री दे मिनिस्टर कौन है? राजनाथ सिंह। DRDO दे चेयरमैन कौन है एट प्रेजेंट? DRDO दे चेयरमैन कौन है? हाँ जी, DRDO दे चेयरमैन डॉक्टर जी सतीश रेड्डी। डॉक्टर जी सतीश रेड्डी, ठीक है जी। नैक्सट, हाँ जी, DRDO ने रीसेंटली एक मैडिसन भी बनाई सी, इंपोर्टेंट है, न्यूज़ दे विच सी। कोविड दी एक मैडिसन बनाई गई है DRDO द्वारा। DRDO ने इस मैडिसन का नाम की रखा है? 2DG। इस मैडिसन का नाम की है? 2DG, ठीक है। ये जिहड़ी मैडिसन है DRDO ने किहड़ी कंपनी दे नाल मिल के बनाई है? हाँ जी, किहड़ी कंपनी दे नाल मिल के बनाई है? डॉक्टर रेड्डी। इनका नाम तुसीं सुनिया होना इस कंपनी का, डॉक्टर रेड्डीज़ लैब,
ठीक है जी। तो DRDO ने इहदे नाल मिल के ये बनाई है। नैक्सट भी काफ़ी इंपोर्टेंट है। हाँ जी, नेपाल के जोड़े प्रैजीडेंट ने हुणे डिजोल्व किया उत्थों की पार्लीमेंट नूं, डिजोल्व किया तो उत्थों की पार्लीमेंट जदों डिजोल्व हो गई, इहदा मतलब उत्थे जिहड़े प्राइम मिनिस्टर सी उन्हां ने रिजाइन देना पिया उन्हां नूं। तां उत्थे जिहड़े नेपाल दे प्राइम मिनिस्टर सी कौन सी जिन्हां नूं रिजाइन देना पिया? KP नेपाल दे प्राइम मिनिस्टर KP ओली जिन्हां ने रिजाइन दिता है, जां आपां कह लईए KP शर्मा ओली, ठीक है। तो इन्हों रिजाइन देना पिया। नेपाल की गल करिए, हाँ जी, नेपाल अपने कोल फिर न्यूज़ दे विच है। तो नेपाल के प्रैजीडेंट जिन्हां ने पार्लीमेंट नूं डिजोल्व किया, तो इत्थे प्रैजीडेंट कौन है नेपाल दे? बाद च आपां नेपाल बारे स्टैटिक पॉइंट्स भी देखते हैं। हाँ जी, सब तो पहला नेपाल के प्रैजीडेंट विद्या देवी भंडारी, विद्या देवी भंडारी, ठीक है जी। तो ये नेपाल के प्रैजीडेंट है। नैक्सट नेपाल की गल की जाए तो नेपाल की कैपीटल, हाँ जी, नेपाल की कैपीटल काठमंडू। इनका नाम तुसीं सुनिया होना न्यूज़ दे विच, क्योंकि इत्थे ना अर्थक्वेक बहुत आते हैं, भूचाल बहुत आते हैं। तो काठमंडू जिहड़े बेसिकली हुण काठमंडू की गल की जाए तो काठमंडू दे विच एक हैडकुआटर है। तुसीं दस सकदे हो किंदा हैडकुआटर है, किहड़ी ऑर्गेनाइजेशन का हैडकुआटर है? नीचे कमेंट सैक्शन दे विच दसो मैनूं काठमंडू दे विच किहड़ा हैडकुआटर है। हाँ जी, नेपाल की गल की जाए तो नेपाल दे विच दुनिया की सब तो उच्ची चोटी है, माउंटेन पीक है सब तो उच्ची, पता है सारिਆਂ ਨੂੰ ਆਪਾਂ ਨੂੰ, माउंट एवरेस्ट। माउंट एवरेस्ट नेपाल दे विच है। ईवन नेपाल दे विच दुनिया दियां सब तो उच्ची चोटियां जिहड़ियां 10 हैगियां, 8 नेपाल दे विच ही है, ठीक। तो माउंट एवरेस्ट सब तो उच्ची अपने कोल माउंटेन पीक है। इनकी जिहड़ी हाइट है वो कितनी है? रीसेंटली इनकी मैजरमेंट की गई सी 8848.86 मीटर, ठीक है जी। 8848.86 मीटर जिहड़ी इनकी हाइट है। माउंट एवरेस्ट का नाम नेपाल दे विच उत्थों की लोकल लैंगुएज दे विच एक इहदा नाम है, ये नाम भी पेपर दे विच काफ़ी बार पूछा गया, सागर माथा। सागर माथा जिहड़ा ये नेपाल दे विच माउंट एवरेस्ट का नाम है। ईवन नेपाल की जिहड़ी आपां गल करिए सब तो वड्डी सिटी किहड़ी है, लार्जैसट सिटी किहड़ी है? काठमंडू ही है, ठीक है। तो ये भी पॉइंट तुसीं याद रखना है। नेपाल की ऑफिशियल लैंगुएज की गल की जाए तो नेपाल की ऑफिशियल लैंगुएज किहड़ी है? लैंगुएज किहड़ी है नेपाल की ऑफिशियल लैंगुएज? हाँ जी, कंट्री के नाम के उपर ही है, नेपाली, ठीक। हाँ जी, नेपाल के अगर फ्लैग की गल की जाए तो नेपाल का जिहड़ा फ्लैग है, इक्को एक कंट्री है पूरे वर्ल्ड दे विच जिनका फ्लैग जिहड़ा वो स्केयर नहीं हैगा, बल्कि एक अपने कोल ट्राइंगल है। स्केयर भी है नहीं, ना रैक्टेंगुलर है, एक ट्राइंगुलर शेप दे विच है, त्रिकोण बनया होया है, ठीक है जी। तो इक्को एक कंट्री अपने कोल। नैक्सट ये सी अपने कोल नेपाल बारे सारे ही इंपोर्टेंट पॉइंट्स। हाँ जी, नैक्सट अपने कोल आ गया, हाँ जी, नैक्सट अपने कोल कोविड ब्रैथ टेस्ट। मतलब ये की है, बेसिकली की है, एक ना टेस्ट हुणे अप्रूवल मिली है एक टेस्ट नूं। ये टेस्ट कादे नाल रिलेटिड है? कोविड दे नाल रिलेटिड है। की हुंदा कि इस टेस्ट दे विच बेसिकली साह नाल की है, साह नाल टेस्ट किया जाऊगा कि परसन पॉजिटिव है कि नैगेटिव है, मतलब कोविड नूं होया है या नहीं है। ये चीज़ देखने दे लई उन्होंने बेसिकली उनके साह दे नाल ही टेस्ट किया जाऊगा। ये एक रैपिड टेस्ट है। रैपिड टेस्ट का मतलब की है भी इस टेस्ट दे विच ना 1 मिनट तो भी घट समा लगूगा ये चैक करन दे लई कि परसन करोना पॉजिटिव है या नैगेटिव है, ठीक है। तो इनू हुणे अप्रूवल मिली है
इस टैसट नूं किहड़ी कंट्री ने अप्रूवल दित्ती है, तां इहदा डायरैक्ट ही आंसर अपने कोल सिंगापुर। तो सिंगापुर ने हुणे हुणे नूं अप्रूवल दित्ती है। ठीक है। हाँ जी नैक्सट। हाँ जी इजराइल ने डिसाइड किया कि वह एक ऑनररी सिटीजनशिप देणगे इंडियन वूमन नूं, इंडियन नर्स नूं। इजराइल ने क्यों यह डिसाइड किया? क्योंकि इस वूमन की जिहड़ी डैथ हुई है, ठीक है, इजराइल ते पैलेस्टाइन दो कंट्रीज़ आपस दे विच काफ़ी जड़ियाँ इजराइल ने जिहड़े उहदे उपर अटैक कीते सी, तां इजराइल कंट्री दे विच एक वूमन रह रही सी, इंडियन सी, तां इंडियन वूमन जिन्नू हुणे हुणे ऑनररी सिटीजनशिप दित्ती गई है इजराइल द्वारा, तो इस लेडी का नाम की है, इनका नाम दसना आपां। हाँ जी इस लेडी का नाम है सौम्या संतोष। तुसीं पिक्चर भी देख सकते हो। ठीक है जी। तो इस लेडी का नाम की है सौम्या संतोष। सौम्या संतोष इस लेडी का नाम है जिन्हों इनू सिटीजनशिप मिली है। नैक्सट आ गया अपने को द कंट्री इज़ द लार्जेस्ट सोर्स ऑफ FDI। बेसिकली फॉरन डायरैक्ट इन्वेस्टमेंट इंडिया नूं 2020-21 दे विच किहड़ी कंट्री तो सब तो ज़्यादा आया है? अगेन इनका आंसर भी की है सिंगापुर। तो सिंगापुर वालों जिहड़ा कि सब तो ज़्यादा इन्वेस्टमेंट की गई है। नैक्सट पोर्ट सिटी बिल। पोर्ट सिटी बिल जिहड़ा कि है एक बिल पास किया गया, किंदे द्वारा जिहड़ा पास किया गया है? श्रीलंका द्वारा पास किया गया। श्रीलंका ने यह बिल जिहड़ा पास किया, इन्हां ने इस बिल दे विच की गल कही है कि यह पोर्ट सिटी तो लैके, मतलब आपदी पोर्ट सिटी तो लैके कोलंबो तक पोर्ट सिटी तो लैके कोलंबो तक यह इहदी डिवेलपमेंट करनगे। ठीक है जी। तो श्रीलंका ने ये चीज़ कही है, तां करके उहदे नाल रिलेटिड एक बिल पास किया गया। हाँ जी श्रीलंका दे नाल रिलेटिड अगर आप गल करिए तो आप देखते हैं श्रीलंका कित्थे है? अपने कोल इंडिया दे बिल्कुल नीचे वाले पोजिशन दे विच श्रीलंका है ना। आ इंडिया अपने कोल, नीचे श्रीलंका। जिहड़ा देखो आ विच वाला अपने कोल गैप आ गया, इधर अपने इंडिया के लैफ्ट साइड ते की है? अरेबियन सी है, अरब सागर है। राइट साइड ते की है? बे ऑफ बंगाल है। तो जेड़ा अरेबियन सी है और बे ऑफ बंगाल जेड़ा की है एक दूसरे दे नाल अटैच हो रहा बाय अ नैरो स्ट्रिप ऑफ वाटर। जां आपां कह लीए भी इंडिया नूं श्रीलंका तो अलग कर रहा यह जिहड़ा नैरो स्ट्रिप ऑफ वाटर। इस नैरो स्ट्रिप ऑफ वाटर का नाम की है? पाक स्ट्रेट। पाक स्ट्रेट। देखो इस तरह के क्वेश्चनस काफ़ी पूछे जाते हैं अपने, जां कई बार डेफिनेशनस भी पूछ लेंगे हैं। स्ट्रेट की डेफिनेशन की है? तो स्ट्रेट की होया कि जेड़ा दो लैंड मासिस नूं अलग कर रहा है, सैपरेट कर रहा है, दो लैंड मासिस नूं सैपरेट कर रहा, उन्होंने आपां की कहने? स्ट्रेट कहने। ठीक है। ये सैपरेट जिहड़ा कर रहा है, ये दो वाटर बॉडीज़ नूं मिला भी रहा, मतलब मैच भी कर रहा, मैच टू वाटर बॉडीज़, दो वाटर बॉडीज़ नूं मिला भी रहा आपस दे विच वाया नैरो स्ट्रिप ऑफ वाटर। नैरो स्ट्रिप ऑफ वाटर। ठीक है जी। हाँ जी नैक्सट एक ड्रोन का नाम की है? हेरॉन लॉन्ग एंड्योरेंस ड्रोन। ये ड्रोन हुणे इंडिया ने इंपोर्ट करन दी गल कीती है। तो इंडिया ने ये इंपोर्ट करना। ड्रोन का मतलब की हुंदा? ड्रोन का मतलब यह है कि बेसिकली आप कोई भी चीज़ नूं लैके दूसरी पिक करके किसी दूसरी प्लेस ते लैके जानी है ना, तो ड्रोन की हैल्प दे नाल आपां लैके जा सकते हैं। तो इंडिया ने कहा कि असी ये ड्रोन हुणे इंपोर्ट करांगे। तो ये जोड़े ड्रोन है ये इंडिया किहड़े देश तो इंपोर्ट करन जा रहा है? अपना क्वेश्चन ये है। तो इंडिया जिहड़ा ये ड्रोन है इजराइल तो, ये ड्रोन जिहड़े है ये इजराइल तो आपां इंपोर्ट करन जा रहे हैं, इजराइल कंट्री तो इंपोर्ट करन जा रहे हैं। ठीक है जी। तो नाम याद रखना है हेरॉन लॉन्ग एंड्योरेंस
ड्रोन। नैक्सट मोस्ट इंपोर्टेंट, इनू आपां स्टार मार्क कर लीए, ये क्वेश्चन किसी ना किसी पेपर दे विच आपां नूं जरूर देखण नूं मिलेगा। हाँ जी, क्वेश्चन की है, इंडिया दी फर्स्ट फीमेल फ्लाइट टेस्ट इंजीनियर, मतलब एक फर्स्ट फीमेल बनी है जिहड़ी फ्लाइट टेस्ट करेगी, एक इंजीनियर है, ठीक है जी। तो हुण की हुंदा कि जिहड़े भी एयरक्राफ्ट है इंडिया दे, उन्हां दी बेसिकली ये इवैल्यूएशन करेगी कि उन्हां दी जिहड़ी भी फ्लाइट होएगी उस तो पहलां इवैल्यूएट किया जाता है, मतलब ये जिहड़ा अपने कोल जहाज़ है वो उड्डण वाला हैगा कि नहीं हैगा, जां इहदे विच कोई प्रॉब्लम तो नहीं टैक्नीकल, तो उस चीज़ नूं चैक करन दे लई अपने जिहड़ी सर्वेलेंस की जाती है वो एक इंजीनियर कोल हुंदी है। तो हुणे इंडिया ने एक अपनी जिहड़े फीमेल नूं इंजीनियर के तौर पर अपॉइंट किया है, ठीक है। तो इन्हां दा नाम की है, पिक्चर तुसीं देख सकते हो ना, इन्हां दा नाम है आश्रिता वी ओलेटी, ठीक है जी। तो ये किहड़ी स्टेट दे नाल बिलोंग करते हैं, करनाटका स्टेट तो बिलोंग करते हैं, करनाटका। हाँ जी, करनाटका दी अगर आप कैपीटल की गल करिए, करनाटका की कैपीटल बेंगलुरु, हैडकुआटर है इत्थे करनाटका दे विच, बेंगलुरु दे विच हैडकुआटर किंदा है, तो इसरो का हैडकुआटर भी इत्थे है, ठीक है जी। नैक्सट नवें जिहड़े प्रैजीडेंट बनाए गए है कित्थों दे, सीरिया दे, पिक्चर तुसीं देख सकते हो, नाम इन्हां दा बशार अल असाद। नैक्सट हाँ जी, अपनी जिहड़ी एक पोर्टल लॉन्च किया गया है, इंपोर्टेंट है जी, हैल्थ OPD पोर्टल, ये किहड़ी मिनिस्ट्री ने लॉन्च किया, आप पिछे हुणे गल करके आए हैं इन्हां बारे। ये परसन कौन है, हाँ जी दस सकते हो किहड़ा परसन है, तो इन्हां दा नाम है राजनाथ सिंह। हुण तुसीं समझ गए होवोगे कि आपां किहड़ी मिनिस्ट्री की गल कर रहे हैं, तो आपां गल कर रहे हैं डिफेंस मिनिस्ट्री की, डिफेंस मिनिस्ट्री। तो डिफेंस मिनिस्ट्री ने पोर्टल लॉन्च किया है, पोर्टल का नाम की है हैल्थ OPD पोर्टल। ये हैल्थ OPD पोर्टल हुण किन्ना लई लॉन्च किया है, जिहड़े अपने डिफेंस मिनिस्ट्री दे विच परसनस काम कर रहे हैं, जो भी जिवें पायलट्स हो गए जां जो भी इन्हां विच इंजीनियर हो गए है ना, तो जिहड़े भी परसन डिफेंस मिनिस्ट्री दे विच काम कर रहे हैं, अगर वो आपदी हैल्थ दे नाल रिलेटिड टैलीकम्यूनिकेशन, मतलब डॉक्टरी सलाह लेना चाहते हैं सिर्फ फोन दे उपर, टैलीकम्यूनिकेशन दे राही हैल्थ एडवाइस लेना चाहते हैं, जिहड़े डिफेंस मिनिस्ट्री दे विच काम कर रहे हैं, ठीक है, उन्हां दे लिए यह पोर्टल लॉन्च किया गया हैल्थ OPD। नैक्सट अगला काफ़ी इंपोर्टेंट है जी, हाँ जी, आप सारिਆਂ ने इंटरनेट एक्सप्लोरर तो देखा ही होना है ना, अपने जिहड़े PCs दे विच भी कंप्यूटर्स दे विच ऑलरेडी इंस्टॉल्ड आंदा, प्री इंस्टॉल्ड हुंदा इंटरनेट एक्सप्लोरर, माइक्रोसॉफ्ट द्वारा बनाया गया सी ये इंटरनेट एक्सप्लोरर। हुणे माइक्रोसॉफ्ट ने इनू डिसकंटीन्यू करन दी गल कही है कि असीं हुण जिहड़ा इंटरनेट एक्सप्लोरर नू डिसकंटीन्यू कर देंगे, तो इनकी थां ते हुण किहड़ा यूज़ किया जाऊगा इंटरनेट एक्सप्लोरर की थां ते माइक्रोसॉफ्ट एज, तुसीं आह वाला साइन भी देख सकते हो, माइक्रोसॉफ्ट एज, ठीक है जी। ये अपने कोल इंटरनेट एक्सप्लोरर नू चेंज करके माइक्रोसॉफ्ट एज कदों तक गल कही है, माइक्रोसॉफ्ट ने 2022 दे विच इन्हां नूं रिप्लेस किया जाऊगा, ठीक है जी। नैक्सट हाँ जी, यंग वरीयर एक कैंपेन लॉन्च किया गया यंग वरीयर नाम का, तो किन्ना दे बेसिकली किंदे नाल रिलेटिड है तो किन्ना ने लॉन्च किया, तो यह यूनीसैफ ने लॉन्च किया है। यूनीसैफ यूनाइटेड नेशनस की एक ऑर्गेनाइजेशन है, हाँ जी, जिन्होंने पता यूनीसैफ की फुल फॉर्म जल्दी जल्दी कमेंट सैक्शन दे विच दसो यूनीसैफ की फुल फॉर्म की है, इन्नी देर तक आप होर बाकी चीज़ां डिस्कस करते हैं। यूनीसैफ ने यंग वॉरीयर कैंपेन लॉन्च किया है कि जिहड़े भी अपने यंग परसनस है वो कोविड क्राइसिस दे विच, जो भी अपने कोल हुण कोविड क्राइसिस चल रहा है,
ਇਹਦੇ ਵਿੱਚ ਉਹ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ, ਹੈ ਨਾ। ਤਾਂ ਉਹ ਪਰਸਨਸ ਦੀ ਹੈਲਪ ਕਰਨ ਦੇ ਲਈ ਯੰਗ ਵਾਰੀਅਰਸ ਕੈਂਪੇਨ ਲਾਂਚ ਕੀਤਾ ਗਿਆ। ਆਈ ਹੋਪ ਤੁਹਾਨੂੰ ਹੁਣ ਯੂਨੀਸੈਫ ਦੀ ਫੁੱਲ ਫਾਰਮ ਤੁਸੀਂ ਦੱਸਤੀ ਹੋਣੀ ਹੈ। ਤਾਂ ਯੂਨੀਸੈਫ ਬਾਰੇ ਆਪਾਂ ਪੁਆਇੰਟਸ ਜਿਹੜੇ ਨੈਕਸਟ ਵੀਡੀਓ ਦੇ ਵਿੱਚ ਵੀ ਡਿਸਕਸ ਕਰਾਂਗੇ ਕਿ ਯੂਨੀਸੈਫ ਦੀ ਫੁੱਲ ਫਾਰਮ ਕੀ ਹੈ, ਹੈੱਡਕੁਆਟਰ ਕਿੱਥੇ ਹੈ, ਐਕਸੈਟਰਾ। ਨੈਕਸਟ ਆ ਗਿਆ ਆਪਣੇ ਕੋਲ ਮਿਸ਼ਨ ਆਕਸੀਜਨ ਸੈਲਫ ਰਿਲਾਇੰਸ ਸਿਸਟਮ। ਬੇਸਿਕਲੀ ਇੱਕ ਮਿਸ਼ਨ ਲਾਂਚ ਕੀਤਾ ਗਿਆ ਆਕਸੀਜਨ ਸੈਲਫ ਰਿਲਾਇੰਸ, ਮਤਲਬ ਜਿਹੜੀ ਆਕਸੀਜਨ ਦੀ ਕਮੀ ਹੋ ਰਹੀ ਸੀ ਕੋਵਿਡ ਕ੍ਰਾਈਸਿਸ ਦੇ ਵਿੱਚ, ਤਾਂ ਇਹ ਕਿਹੜੀ ਸਟੇਟ ਨੇ ਲਾਂਚ ਕੀਤਾ? ਤਾਂ ਇਹ ਮਹਾਰਾਸ਼ਟਰ ਸਟੇਟ ਨੇ ਲਾਂਚ ਕੀਤਾ ਕਿ ਉੱਥੇ ਜਿਹੜੀਆਂ ਕੰਪਨੀਜ਼ ਹੈ ਜਿਹੜੀਆਂ ਆਕਸੀਜਨ ਬਣਾ ਰਹੀਆਂ, ਤਾਂ ਉਹ ਜਿਹੜੀਆਂ ਕੰਪਨੀਜ਼ ਆਪਦੀਆਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ, ਉਹਨਾਂ ਨੂੰ ਬੇਸਿਕਲੀ ਹੋਰ ਹੈਲਪ ਕਰਨ ਦੇ ਲਈ ਇਹ ਜਿਹੜਾ ਮਿਸ਼ਨ ਲਾਂਚ ਕੀਤਾ ਗਿਆ। ਠੀਕ ਹੈ ਜੀ, ਮਹਾਰਾਸ਼ਟਰ ਸਟੇਟ ਨੇ ਇਹ ਲਾਂਚ ਕੀਤਾ ਹੈ। ਨੈਕਸਟ ਆ ਗਿਆ ਆਪਣੇ ਕੋਲ, ਇਹ ਵੀ ਨਿਊਜ਼ ਦੇ ਵਿੱਚ ਸੀ, ਵਤਸਲਿਆ ਸਕੀਮ। ਤੁਸੀਂ ਦੇਖਿਆ ਹੋਣਾ ਨਿਊਜ਼ ਦੇ ਵਿੱਚ ਸ਼ਾਇਦ। ਤਾਂ ਵਤਸਲਿਆ ਸਕੀਮ ਬੇਸਿਕਲੀ ਲਾਂਚ ਕੀਤੀ ਗਈ ਹੈ ਕਿਹਨਾਂ ਦੇ ਲਈ? ਔਰਫਨਸ ਦੇ ਲਈ, ਮਤਲਬ ਜਿਹੜੇ ਅਨਾਥ ਹੋ ਚੁੱਕੇ ਆ ਬੱਚੇ। ਕਿਹੜੇ ਬੱਚੇ? ਜਿਹੜੇ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਜਿਨ੍ਹਾਂ ਨੇ ਆਪਦੇ ਪੇਰੈਂਟਸ ਖੋ ਲਏ, ਕਰੋਨਾ ਕਰਕੇ ਜਿਨ੍ਹਾਂ ਦੇ ਪੇਰੈਂਟਸ ਦੀ ਜਾਨ ਚਲੀ ਗਈ, ਉਹਨਾਂ ਦੇ ਲਈ ਸਕੀਮ ਲਾਂਚ ਕੀਤੀ ਗਈ ਹੈ ਵਤਸਲਿਆ ਸਕੀਮ। ਕੀ ਕਿਹਾ ਗਿਆ ਵਤਸਲਿਆ ਸਕੀਮ ਦੇ ਵਿੱਚ? ਕਿ ਉਹ ਉਹਨਾਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਐਜੂਕੇਸ਼ਨ ਪ੍ਰੋਵਾਈਡ ਕਰਨਗੇ। ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਕਦੋਂ ਤੱਕ? ਅਪ ਟੂ ਦਾ ਏਜ ਆਫ 21 ਈਅਰਸ, ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ। ਪਲੱਸ ਐਜੂਕੇਸ਼ਨ ਦੇ ਨਾਲ ਹਰ ਮਹੀਨੇ ਇਹਨਾਂ ਨੂੰ ਪਰ ਮੰਥ 3000 ਰੁਪਈਆ ਵੀ ਇਹਨਾਂ ਦੇ ਅਕਾਊਂਟਸ ਦੇ ਵਿੱਚ ਟਰਾਂਸਫਰ ਕੀਤਾ ਜਾਊਗਾ। ਇਹ ਜਿਹੜੀ ਸਕੀਮ ਹੈ ਵਤਸਲਿਆ ਸਕੀਮ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ? ਉੱਤਰਾਖੰਡ ਸਟੇਟ ਨੇ ਲਾਂਚ ਕੀਤੀ ਹੈ। ਠੀਕ ਹੈ ਜੀ, ਤਾਂ ਇਹ ਕੁਝ ਕੁ ਇੰਪੋਰਟੈਂਟ ਪੁਆਇੰਟ ਸੀ ਵਤਸਲਿਆ ਸਕੀਮ ਦੇ। ਨੈਕਸਟ ਆ ਗਿਆ ਆਪਣੇ ਕੋਲ ਸੰਜੀਵਨੀ ਸਕੀਮ। ਹਾਂਜੀ, ਸੰਜੀਵਨੀ ਸਕੀਮ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ? ਸੰਜੀਵਨੀ ਸਕੀਮ ਜਿਹੜੀ ਲਾਂਚ ਕੀਤੀ ਹੈ ਹਰਿਆਣਾ ਸਟੇਟ ਨੇ ਲਾਂਚ ਕੀਤੀ ਹੈ। ਤੁਸੀਂ ਮੈਨੂੰ ਦੱਸਣਾ ਇਹ ਸੰਜੀਵਨੀ ਸਕੀਮ ਕਿਹਦੇ ਨਾਲ ਰਿਲੇਟਡ ਹੈ। ਠੀਕ ਹੈ ਜੀ, ਤੁਹਾਡੇ ਲਈ ਅੱਜ ਦਾ ਕੁਐਸਚਨ ਹੈ ਸੰਜੀਵਨੀ ਸਕੀਮ। ਨੈਕਸਟ, ਕੂਨੋ ਨੈਸ਼ਨਲ ਪਾਰਕ ਨਿਊਜ਼ ਦੇ ਵਿੱਚ ਸੀਗਾ ਜੀ। ਕੂਨੋ ਨੈਸ਼ਨਲ ਪਾਰਕ ਨਿਊਜ਼ ਦੇ ਵਿੱਚ ਸੀ, ਕਿਉਂ ਸੀ? ਇਹ ਹੈ ਕਿੱਥੇ? ਪਹਿਲਾਂ ਤਾਂ ਕੂਨੋ ਨੈਸ਼ਨਲ ਪਾਰਕ ਮੱਧ ਪ੍ਰਦੇਸ਼ ਦੇ ਵਿੱਚ ਹੈ। ਡਾਇਰੈਕਟਲੀ ਕੁਐਸਚਨਸ ਆ ਜਾਂਦੇ ਆ, ਕਈ ਵਾਰ ਮੈਚਿੰਗ ਦੇ ਵਿੱਚ ਪਾ ਦਿੰਦੇ ਆ। ਤਾਂ ਕੂਨੋ ਨੈਸ਼ਨਲ ਪਾਰਕ ਮੱਧ ਪ੍ਰਦੇਸ਼ ਦੇ ਵਿੱਚ ਹੈ। ਨਿਊਜ਼ ਦੇ ਵਿੱਚ ਕਿਉਂ ਸੀ? ਕਿਉਂਕਿ ਇੱਥੇ ਚੀਤਾਜ਼ ਇੰਪੋਰਟ ਕੀਤੇ ਜਾ ਰਹੇ ਆ। ਕਿੱਥੋਂ? ਸਾਊਥ ਅਫਰੀਕਾ ਤੋਂ। ਸਾਊਥ ਅਫਰੀਕਾ ਤੋਂ ਚੀਤਾਜ਼ ਇੱਥੇ ਇੰਪੋਰਟ ਕੀਤੇ ਜਾ ਰਹੇ ਆ, ਮਤਲਬ ਲੈ ਕੇ ਆ ਰਹੇ ਆ। ਠੀਕ ਹੈ ਜੀ। ਨੈਕਸਟ, ਅੰਕੁਰ ਸਕੀਮ। ਹਾਂਜੀ, ਅੰਕੁਰ ਸਕੀਮ ਮੱਧ ਪ੍ਰਦੇਸ਼ ਦੀ ਗੌਰਮੈਂਟ ਨੇ ਲਾਂਚ ਕੀਤੀ ਹੈ। ਤਾਂ ਇਹ ਸੀ ਪਾਰਟ 1 ਆਪਣੇ ਕੋਲ ਕੁਝ ਕੁ ਕਰੰਟ ਅਫੇਅਰਸ ਦਾ ਇੰਪੋਰਟੈਂਟ। ਤਾਂ ਜਿਹੜੇ ਵੀ ਸਟੂਡੈਂਟਸ ਨੇ ਅਗਰ ਫੁੱਲ ਆਪਣਾ ਥਿਊਰੀ ਕੋਰਸ ਲੈਣਾ ਜਿਹਦੇ ਵਿੱਚ ਅਸੀਂ ਜੀਕੇ, ਮੈਥਸ, ਰੀਜ਼ਨਿੰਗ, ਇੰਗਲਿਸ਼, ਪੰਜਾਬੀ ਦੇ ਜਿਹੜੇ ਸਾਰੇ ਹੀ ਵੀਡੀਓ ਲੈਕਚਰਸ ਜਿਹੜੇ ਹੋਣਗੇ, ਵੀਡੀਓ ਲੈਕਚਰਸ ਪਲੱਸ ਇਹਨਾਂ ਦੇ ਨੋਟਸ ਅਗਰ ਤੁਸੀਂ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਆ, ਕੰਟੈਕਟ ਕਰ ਸਕਦੇ ਹੋ। ਪਲੱਸ ਇਹਦੇ ਨਾਲ ਅਸੀਂ ਐਕਸਟਰਾ ਚੀਜ਼ ਇੱਕ ਪ੍ਰੋਵਾਈਡ ਕਰ ਰਹੇ ਹਾਂ ਕਿ ਇਹਦੇ ਵਿੱਚ ਪ੍ਰੀਵੀਅਸ ਈਅਰ ਜਿਹੜੇ ਕੁਐਸਚਨਸ ਆਏ ਹੋਏ ਆ, PYQs ਦੀ ਸੀਰੀਜ਼ ਵੀ ਅਸੀਂ ਤੁਹਾਨੂੰ ਦੇ ਰਹੇ ਹਾਂ। ਇਹਦੇ ਵਿੱਚ ਅਪਰੋਕਸੀਮੇਟਲੀ 10,000 ਤੋਂ ਪਲੱਸ ਜਿਹੜੇ MCQs ਅਸੀਂ ਵਿਦ ਐਕਸਪਲੇਨੇਸ਼ਨ ਕਰਵਾਵਾਂਗੇ, ਔਰ ਜਿਹੜੇ ਇਹ ਤੁਹਾਡੇ ਪੇਪਰ ਦੇ ਲਈ ਤੁਹਾਨੂੰ ਕਾਫੀ ਬੈਨੀਫੀਸ਼ੀਅਲ ਵੀ ਰਹਿਣਗੇ। ਤਾਂ ਜਿਹੜੇ ਵੀ ਸਟੂਡੈਂਟਸ ਇਹ ਕਰਨਾ ਚਾਹੁੰਦੇ ਆ ਸਾਨੂੰ ਕੰਟੈਕਟ ਕਰ ਸਕਦੇ ਆ। ਠੀਕ ਹੈ, ਥੈਂਕ ਯੂ ਵੈਰੀ ਮੱਚ। ਇਹ ਆਪਣੇ ਕੋਲ ਪਾਰਟ 1 ਸੀ ਕਰੰਟ ਅਫੇਅਰਸ ਦਾ। ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਪਾਰਟ 2। ਮੇ ਦੇ ਜਿਹੜੇ ਕਰੰਟ ਅਫੇਅਰਸ ਹੋਣਗੇ ਆਪਾਂ ਪਾਰਟ 2 ਦੇ ਵਿੱਚ ਵੀ ਕਵਰ ਅਪ ਕਰਾਂਗੇ। ਥੈਂਕ ਯੂ ਆਲ ਆਫ ਯੂ।